ਦੋਸਤੋ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਿਆਸਤ ਵਿੱਚ ਪਰਿਵਾਰਵਾਦ ਅਤੇ ਹਾਈਕਮਾਨ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਦਿਨਾਂ ਤੋਂ 2 ਕਰੋੜਪਤੀ ਵਿਧਾਇਕਾਂ ਨੂੰ ਦੇ ਪੁੱਤਰਾਂ ਨੂੰ ਜਿਹੜਾ ਨੌਕਰੀ ਦੇਣ ਦਾ ਮਸਲਾ ਸੀ ਬਹੁਤ ਵੱਡੇ ਲੈਵਲ 'ਤੇ ਚੱਲ ਰਿਹਾ ਸੀ ਤੇ ਅੱਜ ਇੱਕ ਵਿਧਾਇਕ ਫਤਿਹਜੰਗ ਬਾਜਵਾ ਵੱਲੋਂ ਆਪਣੇ ਪੁੱਤਰ ਦੀ ਨੌਕਰੀ ਜਿਹੜਾ ਹੈਗਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਹੈ ਵੀ ਕਿ ਪੂਰੀ ਹੋਰ ਸਿਆਸਤ ਵਿੱਚ ਹੋਰਨਾਂ ਆਗੂਆਂ ਦੇ ਪੁੱਤਰਾਂ ਨੂੰ ਚਾਹੇ ਕੋਈ ਨੌਕਰੀ ਦਿੱਤੀ ਗਈ ਹੈ, ਚਾਹੇ ਉਹਨਾਂ ਨੂੰ ਹੋਰ ਸਿਆਸੀ ਕੁਰਸੀਆਂ 'ਤੇ ਬਿਠਾਇਆ ਗਿਆ, ਉਹਨਾਂ ਨੂੰ ਵੀ ਹਟਾਇਆ ਜਾਵੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕਿਤੇ ਫਤਿਹਜੰਗ ਬਾਜਵਾ ਦੀ ਇਸ ਮੰਗ ਤੋਂ ਸਿਆਸਤ ਵਿੱਚ ਜਿਹੜਾ ਪਰਿਵਾਰਵਾਦ ਦਾ ਪ੍ਰਸ਼ਨ ਉੱਠਦਾ ਦਿਖਾਈ ਦੇ ਰਿਹਾ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਇਹ ਨਾਰਮਲ ਗੱਲ ਹੈ, ਕੋਈ ਅੱਜ ਦੀ ਗੱਲ ਨਹੀਂ ਹੈ ਕਿ ਜਿਹੜਾ ਪਰਿਵਾਰਵਾਦ ਦਾ ਸਿਆਸਤ 'ਚ ਬੜੇ ਲੰਮੇ ਸਮੇਂ ਤੋਂ ਆਇਆ। ਇਹ ਤਾਂ ਈਵਨ ਜਵਾਹਰ ਲਾਲ ਨਹਿਰੂ ਵੇਲੇ ਤੋਂ ਹੀ, ਜਦੋਂ ਉਹਨੇ ਆਪਦੇ ਹੁੰਦੇ ਇੰਦਰਾ ਗਾਂਧੀ ਨੂੰ ਕਿਹਾ ਸੀ ਇੰਦਰਾ ਜੀ ਮਾਈ ਲੀਡਰ, ਇੰਦਰਾ ਮੇਰੀ ਲੀਡਰ ਹੈ, ਅਤੇ ਪ੍ਰਧਾਨ ਬਣ ਗਈ ਸੀ ਕਾਂਗਰਸ ਦੀ ਨਹਿਰੂ ਦੇ ਜਿਉਂਦੇ ਜੀ। ਅਤੇ ਉਦੋਂ ਤੋਂ ਨਹਿਰੂ ਪਰਿਵਾਰ ਦਾ ਜਿਹੜਾ ਇੱਕ ਦਬਦਬਾ ਚੱਲ ਰਿਹਾ ਉੱਪਰ। ਅਤੇ ਇੱਥੇ ਵੀ ਜਿਹੜਾ ਸਾਡੀ ਓਵਰਆਲ ਸਿਆਸਤ ਦੇ ਵਿੱਚ ਹੈ, ਕਿਉਂਕਿ ਜਿੰਨਾ ਚਿਰ ਤਾਂ ਸਿਆਸਤ ਸੀਗੀ ਲੋਕਾਂ ਦੀ, ਜਿੰਨਾ ਚਿਰ ਸਿਆਸਤ ਸੀਗੀ ਲੋਕਾਂ ਲਈ ਕੁਰਬਾਨੀ ਕਰਨ ਦੀ ਅਤੇ ਆਪ ਭੁੱਖੇ ਰਹਿ ਕੇ ਲੋਕਾਂ ਦੇ ਕੰਮ ਕਰਾਉਣ ਦੀ ਜਾਂ ਆਉਣ ਦੀ ਜਾਂ ਜਦੋਜਹਿਦ ਕਰਨ ਦੀ ਜਾਂ ਮੋਰਚੇ ਲਾਉਣ ਦੀ, ਉਨਾ ਚਿਰ ਜਿਹੜੀਆਂ ਲੋਕ ਇਹਨਾਂ ਦੀਆਂ ਔਲਾਦਾਂ ਨਹੀਂ ਸੀ ਆਉਂਦੀਆਂ ਉਸ ਪੱਧਰ ਦੇ ਉੱਤੇ ਸਿਆਸਤ ਦੇ ਵਿੱਚ। ਜਦੋਂ ਤੋਂ ਇਹ ਕੇਵਲ ਇੱਕ ਬਿਜ਼ਨਸ ਦਾ ਰੂਪ ਲੈ ਗਈ, ਵਪਾਰ ਦਾ ਰੂਪ ਲੈ ਗਈ ਅਤੇ ਇਹਦੇ 'ਚੋਂ ਮਲਾਈ ਹੈ, ਸਭ ਤੋਂ ਕਾਮਯਾਬ ਬਿਜ਼ਨਸ ਹੈ, ਅਤੇ ਉਦੋਂ ਤੋਂ ਸਾਰਿਆਂ ਦੇ ਬਾਕੀ ਜਵਾਕ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਕਿਸੇ ਨਾ ਕਿਸੇ ਰੂਪ 'ਚ। ਨੌਕਰੀ ਇੱਕ ਛੋਟਾ ਗੱਲ ਹੈ ਮੇਰਾ ਖਿਆਲ ਹੈ ਇਹਨਾਂ ਸਾਰੀਆਂ ਗੱਲਾਂ ਦੇ ਮੁਕਾਬਲੇ, ਔਰ ਨੌਕਰੀ ਇੱਕ ਪ੍ਰਿੰਸੀਪਲ ਦੇ ਤੌਰ 'ਤੇ, ਇੱਕ ਸਿਧਾਂਤ ਦੇ ਤੌਰ 'ਤੇ ਕਿਸੇ ਚੀਜ਼ ਦਾ ਵਿਰੋਧ ਹੋਣਾ ਇੱਕ ਅਲੱਗ ਗੱਲ ਹੈ ਕਿ ਨੌਕਰੀ ਕਿਉਂ, ਜੇ ਇੱਕ ਤਰੀਕਾ ਵਰਤ ਕੇ ਤੁਸੀਂ ਤਰਸ ਦਾ ਇੱਕ ਨੂੰ ਦੇ ਰਹੇ ਹੋ ਤਾਂ ਬਾਕੀ ਤਰਸ ਵਾਲੇ ਹੋਰ ਬਹੁਤ ਨੇ ਜਾਂ ਹੋਰ ਚੀਜ਼ਾਂ ਨੇ। ਇੱਕ ਪਾਲਿਸੀ ਬਣਨੀ ਹੁੰਦੀ ਹੈ ਨਾ ਓਵਰਆਲ ਸਾਰੇ ਲੋਕਾਂ ਦੇ ਪੱਖ 'ਚ। ਪਰ ਜਦੋਂ ਇਹੀ ਸਾਰੇ ਕਾਂਗਰਸੀ ਬੰਦੇ ਸੀ, ਜਦੋਂ ਬੇਅੰਤ ਸਿੰਘ ਦੇ ਪੋਤੇ ਨੂੰ ਦਿੱਤੀ ਨਿਯਮ ਬਦਲ ਕੇ, ਉਦੋਂ ਤਾਂ ਬੋਲੇ ਨਹੀਂ ਸਾਰੇ। ਉਦੋਂ ਚੁੱਪ ਕਿਉਂ ਸੀ ਤੁਸੀਂ? ਕਿਉਂਕਿ ਬੇਅੰਤ ਸਿੰਘ ਦੇ ਪੋਤੇ ਵੀ ਕਿਹੜਾ ਕੋਈ ਚੀਫ ਮਿਨਿਸਟਰ ਦੇ ਹੁਣ ਅੱਗੇ ਮੁੰਡੇ, ਉਹ ਵੀ ਤੇਜ ਪ੍ਰਕਾਸ਼ ਖੁਦ ਮੰਤਰੀ ਰਹੇ, ਬਾਕੀ ਦੋਨੋਂ ਪੋਤੇ ਕੋਈ MP ਹੈ ਅਤੇ ਕੋਈ MLA ਹੈ, ਫਿਰ ਵੀ ਇੱਕ ਮੁੰਡੇ ਨੂੰ ਦੇਣਾ ਇਹ ਵੀ ਕੋਈ ਗੱਲ ਨਹੀਂ ਨਾ ਬਣਦੀ ਸੀ ਕਿ ਅੱਗੇ ਕਿਉਂ ਨਹੀਂ ਬੋਲੇ ਫਿਰ ਬਾਕੀ ਦੇ ਬੰਦੇ। ਅਤੇ ਹੁਣ ਇੱਕ ਨੇ ਵਾਪਸ ਲੈ ਲਈ, ਦੂਜਾ ਵੀ ਲੱਗਦਾ ਕਿ ਇਸ ਪ੍ਰੈਸ਼ਰ ਦੇ ਵਿੱਚ ਪਾਂਡੇ ਦਾ ਪਰਿਵਾਰ ਵੀ ਸ਼ਾਇਦ ਇਹੋ ਜਿਹਾ ਕੋਈ ਫੈਸਲਾ ਕਰ ਲੇ। ਪਰ ਸਾਡਾ ਜਿਹੜਾ ਸਿਆਸਤਦਾਨ ਹੈ ਉਹ ਹਰ ਕਿਤੇ ਮਤਲਬ ਇੰਨਾ ਲਾਲਚੀ ਅਤੇ ਇੰਨਾ ਪਰਿਵਾਰਕ ਸਿਸਟਮ ਦੇ ਵਿੱਚ ਹੋ ਗਿਆ, ਜਿਹੜਾ ਮਤਲਬ ਇਸ ਪੱਧਰ ਤੱਕ ਚਲਾ ਗਿਆ ਕਿ ਕੋਈ ਵੀ ਪੋਸਟ ਛੱਡਣਾ ਨਹੀਂ ਚਾਹੁੰਦਾ ਤਾਕਤ ਵਾਲੀ। ਵੈਸੇ ਤਾਂ ਗੈਰ ਸੰਵਿਧਾਨਕ ਤਾਕਤਾਂ ਹੀ ਬਹੁਤ ਲਈ ਬੈਠੇ ਨੇ। ਹੁਣ ਜਿਹੜਾ ਕੋਈ MLA ਜਾਂ ਮੰਤਰੀ ਹੈ ਅਤੇ ਉਹ ਤੋਂ ਸੈਕੰਡ ਪਾਵਰਫੁਲ ਬੰਦਾ ਉਹਦਾ ਬੇਟਾ ਜਾਂ ਬੇਟੀ ਜਿਹੜੀ ਉਹਦੇ ਕੰਮ ਕਰਦੇ ਨੇ, ਲੋਕ ਉਹਦੇ ਕੋਲ ਜਾਂਦੇ ਨੇ ਕੰਮ ਕਰਾਉਣ ਲਈ। ਉਹ ਫੋਨ ਕਰਦਾ ਕਿਸੇ ਨੂੰ, ਅਫਸਰ ਨੂੰ, ਕਿਸੇ ਨੂੰ ਹੋਰ। ਪ੍ਰੈਕਟਿਸ ਤਾਂ ਇਹੋ ਜਿਹੀ ਦਿਖਾਈ ਦਿੰਦੀ ਹੈ ਸਾਡੇ ਸਾਹਮਣੇ ਹੈ। ਅਤੇ ਇਹਦੇ ਤੋਂ ਇਲਾਵਾ ਵੀ ਪਹਿਲਾਂ ਇਹ ਸੀ ਕਿ ਸਾਰੀਆਂ ਮਤਲਬ ਸੀਟਾਂ ਰੋਕ ਲਓ, ਜੇ ਕੋਈ ਮੁੰਡਾ MLA ਬਣ ਗਿਆ ਤਾਂ ਬਾਪ MP ਬਣ ਜਾਊਗਾ, ਜੇ ਬਾਪ MLA ਹੈ ਜਾਂ ਮੰਤਰੀ ਹੈ ਤਾਂ ਮੁੰਡੇ ਨੂੰ MP ਬਣਾ ਦਿੱਤਾ ਜਾਏਗਾ। ਅਤੇ ਹੁਣ ਤਾਂ ਚੱਲਦੇ ਚੱਲਦੇ ਉਦੋਂ ਹੇਠਾਂ ਤੱਕ ਆ ਗਿਆ, ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੇਅਰਮੈਨੀਆਂ ਅਤੇ ਮੇਅਰ ਬਣਨ ਤੱਕ ਵੀ ਲੋਕ ਲੀਡਰਾਂ ਦੇ, ਮੰਤਰੀਆਂ ਦੇ, MLA ਦੇ ਮੁੰਡੇ ਹੋ ਗਏ ਨੇ। ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਤੱਕ ਵੀ ਲੀਡਰਾਂ ਦੇ ਮੁੰਡੇ ਹੋ ਗਏ ਨੇ ਜਿਹੜੇ ਉਸ ਪੱਧਰ 'ਤੇ ਨੇ। ਇਸੇ ਕਰਕੇ ਫਤਿਹਜੰਗ ਬਾਜਵਾ ਨੇ ਵੀ ਜਿਹੜਾ ਸਵਾਲ ਕੀਤਾ ਕਿ ਕਿੰਨਿਆਂ ਦੇ ਮੁੰਡੇ ਨੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੇ। ਅਤੇ ਨੌਕਰੀ ਔਰ ਚੇਅਰਮੈਨੀ ਵੀ ਤਾਂ ਤਾਕਤ ਹੈ ਇੱਕ ਜ਼ਿਲ੍ਹੇ ਦੀ, ਜਿਹੜਾ ਕਰੋੜਾਂ ਰੁਪਇਆ ਫੰਡ ਜਿਹਦੇ ਥਰੂ ਜਾਣਾ ਹੈ, ਜਿਹਦੇ 'ਤੇ ਇਨਵੈਸਟ ਕਰਨਾ, ਉਹ ਵੀ ਉੱਡਾ ਹੀ ਪਰਿਵਾਰਵਾਦ ਹੈ, ਉਦੋਂ ਜ਼ਿਆਦਾ ਪਰਿਵਾਰਵਾਦ ਹੈ। ਬਲਕਿ ਤੁਸੀਂ ਇੱਕ ਕੁਰਸੀ ਦਰ ਕੁਰਸੀ ਉਹਨੂੰ ਅੱਗੇ ਉਹ ਕਰਨਾ ਚਾਹੁੰਦੇ ਹੋ ਆਪਣੀ ਛਤਰ ਛਾਇਆ ਹੇਠ, ਜਿਹੜਾ ਦੂਜੇ ਦਾ ਹੱਕ ਮਾਰ ਕੇ ਆਪਣੇ ਤਰੀਕੇ ਦੇ ਨਾਲ। ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇਕਰ ਕਿਸੇ ਦਾ ਜਵਾਕ ਆਉਣਾ ਚਾਹੁੰਦਾ, ਬ੍ਰਿਲੀਅੰਟ ਹੈ, ਉਹ ਹੇਠੋਂ ਆਵੇ ਨਾ ਉੱਠ ਕੇ, ਉਹ ਹੇਠੋਂ ਆਵੇ ਉਵੇਂ ਜਿਵੇਂ ਆਮ ਲੋਕਾਂ ਦੇ ਜਵਾਕ ਆਉਂਦੇ ਨੇ। ਉਹਨੂੰ ਪਹਿਲਾਂ ਹੀ ਬਣਿਆ ਬਣਾਇਆ ਘਰ ਤੋਂ ਛਾਲ ਮਾਰ ਕੇ ਜਾਂ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਜਾਂ ਟਿਕਟ ਮਿਲ ਜਾਂਦੀ ਹੈ, ਉਹ ਫਿਰ ਜਿਹਨੂੰ ਕਹਿੰਦੇ ਲੈਵਲ ਪਲੇਇੰਗ ਫੀਲਡ, ਜਿਹਨੂੰ ਬਰਾਬਰੀ ਦੀ, ਉਹ ਪਹਿਲਾਂ ਹੀ ਉਦੋਂ ਅੱਗੇ ਹੈ। ਉਹਨੂੰ ਕਿੰਨੀਆਂ ਪਾਲੀਟਿਕਸ ਆਉਂਦੀ ਆ, ਆਪਦੇ ਘਰਾਂ 'ਚ ਰਹਿੰਦਾ, ਬਾਕੀ ਚੀਜ਼ਾਂ ਉਹ ਦੂਜੇ ਨੂੰ ਪਹਿਲਾਂ ਹੀ ਅੱਗੇ ਹੈ। ਪਰ ਹੋਰ ਨੰਬਰ ਦੇ ਕੇ ਉਹਨੂੰ ਪਹਿਲਾਂ ਹੀ ਆਖੇ ਕਰ ਦੇਣਾ, ਇਹ ਸਵਾਲ ਹੈ। ਇਹ ਕੋਈ ਇੱਕ ਪਾਰਟੀ ਦਾ ਵਰਤਾਰਾ ਨਹੀਂ, ਇਹ ਸਾਰੀਆਂ ਦਾ। ਜੇਕਰ ਤੁਸੀਂ 2007 ਦੀ ਬਾਦਲ ਮਿਨਿਸਟਰੀ ਦੇਖੋ, 18 ਹੋਣੇ ਸੀਗੇ ਚੀਫ ਮਿਨਿਸਟਰ ਦੇ ਸਮੇਤ, ਮਤਲਬ ਸਾਰੇ ਬੰਦੇ। 5 BJP ਕੋਲ ਸੀਗੇ ਮੰਤਰੀ ਦੇ ਜਿਹੜੇ ਉਹਦੇ, 12 ਕਿ ਇਹਨਾਂ ਦੇ ਕੋਲ ਸੀ। ਅਤੇ ਉਹਦੇ 'ਚੋਂ 5-6 ਬੰਦੇ ਜਿਹੜੇ ਪਰਿਵਾਰਕ ਜਾਂ ਆਪਸੀ ਰਿਸ਼ਤੇਦਾਰੀਆਂ ਦੇ, ਪ੍ਰਕਾਸ਼ ਸਿੰਘ ਬਾਦਲ ਖੁਦ ਸੀਗੇ,
ਔਰ ਇਸੇ ਤਰੀਕੇ ਦੇ ਨਾਲ ਸੁਖਬੀਰ ਬਾਦਲ ਉਦੋਂ ਹੀ ਉਹਨਾਂ ਨੇ ਐਕਟਿੰਗ ਪ੍ਰਧਾਨ ਤਾਂ ਬਣਾ ਹੀ ਦਿੱਤਾ ਸੀ, ਫਿਰ ਉਹ ਦੂਜੇ ਪਾਸੇ ਵੀ ਲੈ ਆਏ। ਔਰ ਇਸੇ ਤਰ੍ਹਾਂ ਬਿਕਰਮ ਮਜੀਠੀਆ ਪਹਿਲੀ ਵਾਰ ਜਿੱਤਿਆ ਐਮਐਲਏ, ਜਿਹੜਾ ਉਹਨੂੰ ਕੈਬਨਿਟ ਮਿਨਿਸਟਰ ਬਣਾਤਾ। ਉਦੋਂ ਮੇਰੇ ਯਾਦ ਹੈ ਕਿ ਸਰਵਣ ਸਿੰਘ ਫਲੌਰ ਜਿਹੜਾ 5ਵੀਂ ਵਾਰ ਐਮਐਲਏ ਸੀ, ਉਹਦਾ ਲਾਈਨ ਸਵੇਰੇ ਕੱਟੀ ਗਈ ਜਦੋਂ ਉਹ ਸਹੁੰ ਲੈਣੀ ਸੀ, ਮਤਲਬ ਉਸ ਸਮੇਂ ਮਿਨਿਸਟਰੀਆਂ ਦੇ ਵਿੱਚੋਂ ਜਦੋਂ ਕਿਹਾ ਜਾਂਦਾ ਕਲੇਸ਼ ਪੈ ਗਿਆ। ਅਤੇ ਫਿਰ ਉਸੇ ਦੇ ਵਿੱਚ ਜਵਾਈ ਹੈ ਤੁਹਾਡਾ ਆਦੇਸ਼ ਪ੍ਰਤਾਪ ਖੈਰੋਂ, ਉਹ ਵੀ ਉਹਦੇ ਵਿੱਚ ਸ਼ਾਮਲ ਹੈ। ਫਿਰ ਤੁਹਾਡਾ ਇੱਕ ਹੋਰ ਰਿਸ਼ਤੇਦਾਰ ਹੈ ਜਨਮੇਜਾ ਸਿੰਘ, ਉਹ ਵੀ ਸਿੱਖੋਂ, ਉਹ ਵੀ ਉਹਦੇ 'ਚ ਸ਼ਾਮਲ ਹੈ। ਫਿਰ ਤੁਹਾਡਾ ਭਤੀਜਾ ਮਨਪ੍ਰੀਤ ਬਾਦਲ, ਉਹ ਫਾਈਨਾਂਸ ਮਿਨਿਸਟਰ ਹੈ, ਉਹ ਵੀ ਤੁਹਾਡੇ ਸ਼ਾਮਲ ਹੈ। ਅਤੇ ਅੱਧੀ 12 ਚੋਂ 50% ਤੁਹਾਡੇ ਆਪਣੇ ਹੋ ਗਏ, ਜਿਹੜੇ ਬਿਲਕੁਲ ਜਾਇਜ਼ ਸੀ। ਇਹ ਸਵਾਲ ਪਰਿਵਾਰਵਾਦ ਦਾ ਅਤੇ ਉਸੇ 'ਚ ਉੱਠਿਆ। ਇਸੇ ਲਈ ਪਰਿਵਾਰ ਦੇ ਵਿੱਚੋਂ ਇਹ ਹੋਇਆ, ਬਾਦਲ ਸਾਹਿਬ ਵੀ ਐਮਐਲਏ, ਸੁਖਬੀਰ ਵੀ ਐਮਐਲਏ ਸੀ, ਅਤੇ ਹਰਸਿਮਰਤ ਕੌਰ ਉੱਥੇ ਮੰਤਰੀ ਸੀ। ਅਤੇ ਕਿਉਂਕਿ ਹੋਰ ਬਾਲਗ ਬੰਦਾ ਹੀ ਨਹੀਂ ਪਰਿਵਾਰ 'ਚ ਕੋਈ ਉਸ ਪੱਧਰ 'ਤੇ, ਮਨਪ੍ਰੀਤ ਟੁੱਟਿਆ ਤਾਂ ਇੱਧਰ ਆ ਕੇ ਮਿਨਿਸਟਰ ਬਣ ਗਿਆ। ਇਹ ਸਾਰੀਆਂ ਜਿਹੜੀਆਂ ਇਹ ਧਿਰਾਂ ਨੇ ਕਾਂਗਰਸ 'ਚ ਬਹੁਤ ਲੰਮਾ ਸਮਾਂ ਰਾਜ ਕੀਤਾ, ਉਹਦੇ 'ਚ ਵੀ ਪਰਿਵਾਰਵਾਦ ਹੈ। ਔਰ ਹੁਣ ਤਾਂ ਬੀਜੇਪੀ 'ਚ ਵੀ ਸਟਾਰਟ ਹੋ ਗਿਆ, ਜਿਹੜੀ ਕਹਿੰਦੀ ਸੀ ਪਾਰਟੀ ਵਿਦ ਡਿਫਰੈਂਸ ਹੈ। ਸਾਰਿਆਂ ਦੇ ਮੁੰਡੇ, ਰਾਜਨਾਥ ਸਿੰਘ ਤੋਂ ਲੈ ਕੇ ਜਿੰਨੇ ਵੀ ਲੀਡਰ ਚੀਫ ਮਿਨਿਸਟਰ ਨੇ ਸਾਰੇ, ਹਿਮਾਚਲ ਵਾਲਾ ਧੂਮਲ ਰਿਹਾ ਸੀ, ਉਹਦਾ ਮੁੰਡਾ ਅੱਜ ਕੱਲ੍ਹ ਮੰਤਰੀ ਕੇਂਦਰ 'ਚ, ਉਹਨਾਂ ਦੇ ਵਿੱਚ ਵੀ ਇਹ ਪੈਟਰਨ ਘਰ ਘਰ ਦਾ ਉਸ ਪੱਧਰ ਦੇ ਉੱਤੇ ਜਾ ਰਿਹਾ। ਇਸ ਕਰਕੇ ਜਿਹੜਾ ਪਰਿਵਾਰਵਾਦ ਹੈ, ਇਹ ਤਾਕਤ ਔਰ ਪੈਸੇ ਔਰ ਲਾਲਚ ਦੀ ਇੱਕ ਲਲਕ ਹੈ, ਜਿਹੜੀ ਉਧਰ ਨੂੰ ਲੈ ਕੇ ਜਾ ਰਹੀ ਹੈ। ਸਾਡੀ ਸਿਆਸਤ ਕੋਈ ਸਿਧਾਂਤਵਾਦੀ ਸਿਆਸਤ ਨਹੀਂ ਰਹੀ, ਸਾਡੀ ਸਿਆਸਤ ਕੋਈ ਅਖਲਾਕੀ ਸਿਆਸਤ ਨਹੀਂ ਰਹੀ, ਸਾਡੀ ਸਿਆਸਤ ਕੋਈ ਕਦਰਾਂ ਕੀਮਤਾਂ 'ਤੇ ਆਧਾਰਿਤ ਨਹੀਂ ਰਹੀ, ਜਾਂ ਲੋਕ ਪੱਖੀ ਨਹੀਂ ਰਹੀ, ਲੋਕਾਂ ਦੇ ਨਾਲ ਸਰੋਕਾਰ ਰੱਖਣ ਵਾਲੀ। ਸਾਡੀ ਸਿਆਸਤ ਪਰਿਵਾਰ ਪਾਲਣ ਵਾਲੀ ਰਹੀ ਹੈ। ਫਿਰ ਉਹਦੇ 'ਚੋਂ ਹਰੋ ਹਰਬਾ ਵਰਤਿਆ ਜਾਂਦਾ, ਕਿਉਂਕਿ ਕਿੱਡੇ ਕਿੱਡੇ ਲੀਡਰ, ਜਿਹੜੇ ਚੰਗੇ ਲੀਡਰ ਮੰਨੇ ਗਏ ਇਸ ਪਰਿਵਾਰਵਾਦ ਨੇ, ਉਹਨਾਂ ਦਾ ਅਕਸ ਵੀ ਖਰਾਬ ਕਰਤਾ। ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗਾ ਬੰਦਾ, ਜਿਹਦੇ 'ਤੇ ਪੈਸੇ ਦੇ ਪੱਖ ਤੋਂ ਇੱਕ ਟਕੇ ਦਾ ਕੋਈ ਇੱਕ ਇਲਜ਼ਾਮ ਨਹੀਂ ਸੀ ਕਦੇ ਜ਼ਿੰਦਗੀ ਦੇ ਵਿੱਚ, ਇਹੋ ਜਿਹੇ ਉਹਦੇ 'ਤੇ ਰਿਹਾ, ਪਰ ਆਪਣੇ ਜਵਾਈ ਨੂੰ ਟਿਕਟ ਦੇਣ ਦੇ ਮਾਮਲੇ 'ਚ ਮਾਤ ਖਾ ਗਿਆ ਉਸੇ ਪੱਧਰ 'ਤੇ। ਕੈਪਟਨ ਕਮਲਜੀਤ ਨੂੰ ਇੱਕ ਚੰਗੇ ਲੀਡਰ ਦੇ ਤੌਰ 'ਤੇ ਐਕਸੈਪਟ ਕੀਤਾ ਜਾਂਦਾ ਸੀ ਕਿ ਇਹ ਇੱਕ ਪੜ੍ਹਿਆ ਲਿਖਿਆ ਔਰ ਲੋਕਾਂ ਦੇ ਕੰਮ ਵੀ ਆਉਂਦਾ ਹੈ, ਇੱਕ ਮੰਤਰੀ ਆ ਉਸ ਪੱਧਰ 'ਤੇ। ਆਪਣੇ ਮੁੰਡੇ ਨੂੰ ਟਿਕਟ ਦਿਵਾਉਣ ਦੇ ਚੱਕਰ 'ਚ ਮੋਹਾਲੀ ਤੋਂ ਉਹ ਵੀ ਉਸੇ ਜੱਦ 'ਚ ਆ ਗਿਆ। ਮਤਲਬ ਵੱਡੇ ਸਿਆਸਤਦਾਨ ਇਹ ਵੀ ਕਰਦੇ ਨੇ ਕਿ ਨਾਲਦਿਆਂ ਨੂੰ ਵੀ ਉਹਦੇ 'ਚ ਫਸਾ ਲਓ। ਇਹੀ ਸੁਖਦੇਵ ਸਿੰਘ ਢੀਂਡਸੇ ਦਾ ਹਾਲ ਹੋਇਆ, ਜਦੋਂ ਬਾਈ ਇਲੈਕਸ਼ਨ ਸੁਨਾਮ 'ਚ ਆਈ ਤਾਂ ਪਰਮਿੰਦਰ ਨੂੰ ਯੂਨੀਵਰਸਿਟੀ ਤੋਂ ਛੱਡ ਕੇ ਉੱਥੇ ਆਪ ਤਾਂ ਰਾਜ ਸਭਾ ਚਲੇ ਗਏ, ਤੁਸੀਂ ਉੱਥੇ ਟਿਕਟ ਦਵਾਈ ਉਹਨੂੰ ਉਸ ਪੱਧਰ 'ਤੇ। ਇਹੀ ਬਲਵਿੰਦਰ ਭੂਦੜ 'ਤੇ ਉਹਦੇ ਮੁੰਡੇ ਦਾ ਸਵਾਲ ਹੈ, ਇਹੀ ਬ੍ਰਹਮਪੁਰਾ 'ਤੇ ਉਹਦੇ ਮੁੰਡੇ ਦਾ ਸਵਾਲ ਹੈ। ਕੌਣ ਬਚਿਆ? ਮਤਲਬ ਤੁਸੀਂ ਦੱਸੋ ਤਾਂ ਸਹੀ, ਕੌਣ ਬਚਿਆ? ਇਕੱਲਾ ਕਾਂਗਰਸ 'ਚ ਨਹੀਂ, ਅਕਾਲੀਆਂ 'ਚ ਵੀ ਕੋਈ ਨਹੀਂ ਬਚਿਆ ਹੋਇਆ, ਤਾਂ ਕਾਂਗਰਸ 'ਚ ਵੀ ਕੋਈ ਨਹੀਂ ਬਚਿਆ ਹੋਇਆ ਉਸ ਪੱਧਰ ਦੇ ਉੱਤੇ। ਇਹ ਬਹੁਤ ਥੋੜ੍ਹੇ ਬੰਦੇ ਨੇ ਫਿਰ ਜਿਹੜੇ ਆ ਜਾਂਦੇ ਨੇ ਇੱਧਰੋਂ। ਹੁਣ ਤਾਂ ਸਵਾਲ ਇਹ ਪੈਦਾ ਹੋ ਗਿਆ ਸਗੋਂ, ਕਿਉਂਕਿ ਇੱਕ ਲੈਵਲ ਬਣ ਜਾਂਦਾ ਜਦੋਂ ਤੁਸੀਂ ਐਮਐਲਏ ਬਣ ਗਏ, ਐਮਪੀ ਬਣ ਗਏ, ਫਿਰ ਅਗਲੀ ਪੀੜ੍ਹੀ ਤੁਹਾਡੇ ਰਿਸ਼ਤੇ ਹੀ ਉਹਨਾਂ ਸਿਆਸਤਦਾਨਾਂ ਦੇ ਘਰਾਂ 'ਚ ਹੁੰਦੇ ਨੇ। ਜੇ ਤੁਸੀਂ ਕਦੇ ਕੁਰਸੀਨਾਮਾ ਦੇਖ ਲਓ ਸਾਰੇ ਸਿਆਸਤਦਾਨਾਂ ਦਾ, ਸਾਰੇ A to Z ਇੱਕਾ ਦੁੱਕਾ ਬਚੂਗਾ ਜਿਹੜੇ ਜਨਰਲ ਕੈਟਾਗਰੀ ਦੇ ਨੇ, ਜਿਹੜਾ ਇੱਕ ਦੂਜੇ ਦਾ ਰਿਸ਼ਤੇਦਾਰ ਨਹੀਂ ਹੈ ਜੀ। ਸਾਰੇ ਇੱਕ ਦੂਜੇ ਦੇ ਰਿਸ਼ਤੇਦਾਰੀਆਂ ਦੇ ਵਿੱਚ ਨੇ। ਅਤੇ ਬਰਾੜ ਫੈਮਿਲੀ ਦਾ ਅਮਰਿੰਦਰ ਨਾਲ ਕੀ ਰਿਸ਼ਤਾ ਹੈ, ਬਾਦਲ ਦਾ ਕੈਰੋਂ ਨਾਲ, ਅਤੇ ਫਿਰ ਮਜੀਠੀਆ ਨਾਲ ਕੀ ਰਿਸ਼ਤਾ ਹੈ, ਈਵਨ ਤੋਤਾ ਸਿੰਘ ਦਾ ਅਤੇ ਬਾਕੀ ਦਰਬਾਰਾ ਸਿੰਘ ਦੇ ਪਰਿਵਾਰ ਨਾਲ ਕੀ ਰਿਸ਼ਤਾ ਹੈ, ਸਵਰਨ ਸਿੰਘ ਦੇ ਪਰਿਵਾਰ ਨਾਲ ਕਿਹੜਿਆਂ ਦਾ ਰਿਸ਼ਤਾ ਹੈ, ਮਾਨ ਅਤੇ ਅਮਰਿੰਦਰ ਕਿਵੇਂ ਸਾਡੂ ਨੇ ਅੱਗੇ ਉਹਨਾਂ ਦੇ ਮੁੰਡੇ, ਕਿਸੇ ਨੂੰ ਵੀ ਤੁਸੀਂ ਲਓਗੇ ਅਤੇ ਉਹ ਸਾਰਿਆਂ ਦਾ ਇੱਕ ਇਸ ਲੈਵਲ ਦੀ ਫਿਰ ਇੱਕ ਐਲੀਟ ਕਲਾਸ, ਜਿਹੜੀ ਰੂਲਿੰਗ ਕਲਾਸ, ਉਹ ਡਿਵੈਲਪ ਹੋ ਜਾਂਦੀ ਹੈ, ਜਿਹੜੀ ਹੇਠਾਂ ਚਰਨਿੰਗ 'ਚ ਜਿਹੜਾ ਮਾੜਾ ਮੋਟਾ ਵੀ ਲੋਕਾਂ ਨੂੰ ਹੱਕ ਮਿਲਦਾ ਉਹ ਛੱਡਣ ਲਈ ਤਿਆਰ ਨਹੀਂ ਹੈ। ਇਸ ਲਈ ਇਸ ਨੌਕਰੀ ਦੇ ਬਹਾਨੇ ਜੀ ਸਾਨੂੰ ਇੱਕ ਵੱਡੇ ਕਨਸੈਪਟ 'ਤੇ ਡਿਸਕਸ ਕਰਨ ਦਾ ਸਵਾਲ ਹੈ ਕਿ ਜਮਹੂਰੀਅਤ ਦੇ ਅੰਦਰ ਲੋਕਾਂ ਦੀ ਹਿੱਸੇਦਾਰੀ ਕਿਵੇਂ ਆਵੇ, ਕਿ ਕਿਸੇ ਇੱਕ ਪਰਿਵਾਰ ਦਾ ਕੁਐਸਚਨ ਨਹੀਂ, ਦੂਜੇ ਪਰਿਵਾਰ ਦਾ ਕੁਐਸਚਨ ਨਹੀਂ, ਸਾਡੀ ਓਵਰਆਲ ਸੱਤਾ ਬਦਲਣ ਦਾ ਕੁਐਸਚਨ ਹੈ ਇਸ ਮਾਮਲੇ ਦੇ ਵਿੱਚ। ਅਤੇ ਇਸੇ ਦੇ ਵਿੱਚੋਂ ਹੀ ਜਿਹੜਾ ਦੂਜਾ ਕਲਚਰ, ਹਾਈ ਕਮਾਂਡ ਕਲਚਰ ਵੀ ਫਿਰ ਇਸੇ 'ਚੋਂ ਹੀ ਜਨਮ ਲੈਂਦਾ। ਸਪੋਜ਼ ਕਰੋ ਸਾਡੇ ਇੱਧਰ ਤਾਂ ਹੁਣ ਅਮਰਿੰਦਰ ਸਿੰਘ ਨੂੰ ਉੱਥੋਂ ਭੇਜਤਾ ਕਿ ਤੁਸੀਂ ਐਂ ਕਰੋ ਜੀ, ਇਹ ਵੀ ਹਾਈ ਕਮਾਂਡ ਕਲਚਰ ਹੈ ਜੀ। ਆਮ ਆਦਮੀ ਪਾਰਟੀ ਦਾ ਕੇਜਰੀਵਾਲ ਆ ਕੇ ਤੈਅ ਕਰਦਾ ਇੱਥੇ ਵੀ ਕੋਈ ਨਹੀਂ ਅਸੀਂ ਦਿਆਂਗੇ, ਸਿੱਖ ਚਿਹਰਾ ਦਿਆਂਗੇ। ਉਹਨੂੰ ਵੈਸੇ ਕੀ ਰਾਈਟ ਹੈ ਜੀ ਸਿੱਖ ਚਿਹਰਾ? ਇੱਥੇ ਦੇ ਜਿਹੜੇ ਐਮਐਲਏ ਨੇ ਡੈਮੋਕ੍ਰੈਟਿਕਲੀ ਤਾਂ ਉਹਨਾਂ ਨੇ ਚੁਣਨਾ ਹੁੰਦਾ ਨਾ ਉਹਨਾਂ ਨੂੰ, ਅਤੇ ਉਹਨਾਂ 'ਚੋਂ ਜਿਹਨੂੰ ਮਰਜ਼ੀ ਚੁਣਦੇ ਉਹ ਅਲੱਗ ਸਵਾਲ ਸੀ। ਉਹਨਾਂ ਦਾ ਹੱਕ ਤਾਂ ਤੂੰ ਪਹਿਲਾਂ ਹੀ ਲਾਇਸੈਂਸ ਆਪਣੇ ਕੋਲੇ ਲਈ ਬੈਠੇ ਹੋ, ਮੈਂ ਕਿਹਨੂੰ ਸ਼ਾਮਲ ਕਰਨਾ, ਕਿਹਨੂੰ ਕੱਢ ਦੇਣਾ, ਕਿਹਨੂੰ ਰੱਖਣਾ, ਇਹ ਸਾਰਾ ਹੱਕ ਤੁਸੀਂ ਆਪਣੇ ਕੋਲ ਲਈ ਬੈਠੇ ਹੋ। ਔਰ ਉਹ ਵੀ ਕਾਂਗਰਸ ਤੋਂ ਵੀ ਵੱਡੀ ਹਾਈ ਕਮਾਂਡ ਹੋ ਗਈ ਹੈ ਜੀ, ਕੇਜਰੀਵਾਲ ਦੇ ਤੌਰ 'ਤੇ ਵੀ, ਜਿਹੜੀ ਨਵੀਂ ਪਾਰਟੀ ਹੈ, ਜਿਹੜੀ ਇਸ ਲਈ ਆਈ ਸੀ ਕਿ ਅਸੀਂ ਪਰਿਵਾਰਵਾਦ ਦੇ ਖਿਲਾਫ ਹਾਂ, ਜਿਹੜੀ ਇਸ ਲਈ ਆਈ ਸੀ ਕਿ ਸਾਡੀ ਕੋਈ ਹਾਈ ਕਮਾਂਡ ਨਹੀਂ ਹੋਏਗੀ, ਜਿਹੜੀ ਇਸ ਲਈ ਆਈ ਸੀ ਕਿ ਅਸੀਂ ਲੋਕਾਂ ਦੇ ਵਿੱਚੋਂ ਨੁਮਾਇੰਦੇ ਚੁਣਾਂਗੇ, ਉਹ ਵੀ ਉਸੇ ਰਸਤੇ ਚੱਲ ਰਹੀ ਹੈ। ਬਾਕੀ ਦਾ ਤਾਂ ਖੈਰ ਚੱਲਣਾ ਹੀ ਹੈ, ਬਾਕੀ ਦਾ ਮਾਹੌਲ ਤਾਂ ਉਹ ਜਿਹਾ ਹੈਗਾ ਹੀ ਹੈ ਜੀ। ਹਮੀਰ ਜੀ ਗੱਲ ਕਰ ਰਹੇ ਸੀ ਕਾਂਗਰਸ ਹਾਈ ਕਮਾਨ ਦੀ, ਤਾਂ ਕਾਂਗਰਸ ਹਾਈ ਕਮਾਨ ਨੇ ਵੀ ਜਿਹੜਾ ਲੰਘੇ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ 18 ਨੁਕਾਤੀ ਏਜੰਡਾ ਦੇ ਕੇ ਭੇਜਿਆ। ਅਸੀਂ ਜਾਣਨਾ ਚਾਹਾਂਗੇ ਕਿ ਕਾਂਗਰਸ ਹਾਈ ਕਮਾਨ ਵੀ ਜਿਹੜਾ ਹੈਗਾ ਇਸ ਏਜੰਡੇ ਰਾਹੀਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰ ਰਹੀ ਹੈ।
ਹਾਂ ਬਿਲਕੁਲ, ਪਿਛਲੇ ਦਿਨਾਂ 'ਚ ਇੱਕ ਅਮਰਿੰਦਰ ਸਿੰਘ ਇਹ ਬਿਆਨ ਦਿੰਦੇ ਰਹੇ ਨੇ ਕਿ ਮੈਂ 85% ਵਾਅਦੇ ਪੂਰੇ ਕਰਤੇ ਨੇ, 15% ਰਹਿ ਗਏ ਨੇ ਤੇ ਉਹ ਵੀ ਪੂਰੇ ਕਰ ਦੇਣੇ ਨੇ, ਕਿਉਂਕਿ ਜਿਹੜੇ 6 ਮਹੀਨੇ ਰਹੇ ਨੇ ਇਸ ਪੱਧਰ ਦੇ ਉੱਤੇ। ਹੁਣ ਇਹ ਸਮਝ ਨਹੀਂ ਆਈ ਕਿ ਜੇ 18 ਨੁਕਤਿਆਂ ਵਾਲਾ ਇੱਕ ਏਜੰਡਾ ਤੁਹਾਡੀ ਹਾਈ ਕਮਾਂਡ ਨੇ ਹੱਥ 'ਚ ਫੜਾਤਾ ਤਾਂ ਉਹ 85% ਕਿਹੜੇ ਵਾਅਦੇ ਨੇ। ਇਹ ਇੱਕ ਆਦਤ ਹੀ ਹੈ ਮੇਰੇ ਯਾਦ ਹੈ ਪਿਛਲੀ ਗਵਰਨਮੈਂਟ ਵੇਲੇ ਵੀ ਅਮਰਿੰਦਰ ਸਿੰਘ ਨੇ ਜਦੋਂ 2002 ਤੋਂ ਵਾਲੀ ਸਰਕਾਰ ਸੀ ਉਦੋਂ ਵੀ ਕਿਹਾ ਸੀ ਕਿ ਅਸੀਂ 65 ਵਾਅਦੇ 67 ਚੋਂ ਪੂਰੇ ਕਰਤੇ ਨੇ। ਬਾਰ-ਬਾਰ ਕਿਹਾ, ਪੁਰਾਣੀਆਂ ਅਖਬਾਰਾਂ ਪਰੋਲ ਕੇ ਦੇਖ ਲਓ, ਪ੍ਰੈਸ ਕਾਨਫਰੰਸ ਸੀ, ਬਲਕਿ ਮੈਂ ਸਵਾਲ ਕੀਤਾ ਕਿ ਤੁਹਾਡੇ ਮੈਨੀਫੈਸਟੋ 'ਚ ਨਾ ਕੋਈ 67 ਨੰਬਰ ਆਉਂਦਾ ਨਾ 65 ਨੰਬਰ ਆਉਂਦਾ, ਔਰ ਕਿਹੜੇ ਪੂਰੇ ਕਰਤੇ ਕਿਹੜੇ ਨਹੀਂ ਤੁਸੀਂ ਦੱਸੋ। ਤਾਂ ਉਦੋਂ ਅਮਰਿੰਦਰ ਸਿੰਘ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਸਾਡਾ ਮੈਨੀਫੈਸਟੋ ਪੜ੍ਹਿਆ। ਮੈਂ ਸੁਭਾਵਕ ਕਹਿ ਤੱਕ ਮੇਰੇ ਸਕੂਟਰ 'ਚ ਪਿਆ, ਚੱਕ ਲਿਆਉਂਦੇ ਆ ਤੇ ਸਾਰੇ ਸੁਣ ਹੋ ਗਈ ਜਿਹੜੀ ਪ੍ਰੈਸ ਕਾਨਫਰੰਸ ਉਸ ਲੈਵਲ ਤੇ। ਅਗਲੇ ਦਿਨ ਕਾਂਗਰਸ ਦੇ ਦਫ਼ਤਰ ਦਾ ਕਲਰਕ ਮੇਰੇ ਘਰ ਖੜਾ ਸੀ ਜਿਹੜਾ ਮੇਰੇ ਤੋਂ ਮੈਨੀਫੈਸਟੋ ਲੈ ਕੇ ਗਿਆ, ਫਿਰ ਫੋਟੋਆਂ ਕਾਪੀਆਂ ਕਰਾ ਕੇ ਐਮਐਲਏ ਨੂੰ ਦੇਣ ਲੱਗੇ। ਮਤਲਬ ਹਾਲਤ ਮੈਨੀਫੈਸਟੋ ਦੀ ਇਹ ਹੁੰਦੀ ਹੈ, ਪਤਾ ਨਹੀਂ ਤੁਸੀਂ ਕਿਹੜੇ ਲਿਹਾਜ਼ ਨਾਲ ਕਹਿ ਦਿੰਦੇ ਹੋ ਕਿ ਪੂਰੇ ਕਰਤੇ ਨੇ ਤੇ ਪੂਰੇ ਨਹੀਂ ਕਰਤੇ ਨੇ, ਜਿਹੜਾ ਉਹ ਤਰੀਕਾ ਹੁੰਦਾ। ਔਰ ਇਹਦੇ ਨਾਲ ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਇਹਦਾ ਮਤਲਬ ਅਮਰਿੰਦਰ ਸਿੰਘ ਜੋ ਕਹਿ ਰਹੇ ਨੇ ਹਾਈ ਕਮਾਂਡ ਤੇ ਉਹਦੇ ਕਾਫੀ ਬੰਦੇ ਜਿਹੜੇ ਵਿਰੋਧੀ ਨੇ ਉਹ ਨਹੀਂ ਐਕਸੈਪਟ ਕਰ ਰਹੇ ਕਿ ਸਾਡੇ ਤੋਂ ਵਾਅਦੇ ਪੂਰੇ ਹੋਏ ਨੇ, ਹੈ ਨਾ। ਹੁਣ ਕੀ 6 ਮਹੀਨੇ 'ਚ ਜਿਹੜੀ ਡਿਕਲੇਰੇਸ਼ਨ ਹਾਈ ਕਮਾਂਡ ਨੇ ਦੇ ਕੇ ਤੋਰਤੀ ਵੀ ਇਹ ਪੂਰੀ ਕਰੋ, ਇਹ ਸੰਭਵ ਹੈ? ਜੇ 4.5 ਸਾਲ 'ਚ ਨਹੀਂ ਹੋਏ, ਮੰਨ ਲਓ ਇੱਕ ਤਾਂ ਬੇਅਦਬੀ ਵਾਲਾ ਇਸ਼ੂ ਹੈ, ਤੁਸੀਂ ਕੀ ਕਰੋਗੇ? ਜ਼ਬਰਦਸਤੀ ਫੜ ਅੰਦਰ ਕਰ ਦੋਗੇ? ਜਾਂ ਇੱਕ ਜਿਹੜੀ ਜਾਂਚ ਪ੍ਰੋਪਰ ਕਰਨੀ ਸੀ ਉਹ ਜਾਂਚ ਜੇ ਉਹਨਾਂ ਚਿਰ ਨਹੀਂ ਕੀਤੀ ਤਾਂ ਹੁਣ ਤੱਕ ਕਿਉਂ ਨਹੀਂ ਹੈ? ਘਰ ਘਰ ਨੌਕਰੀ ਦਾ ਸਲੋਗਨ ਹੈ, 6 ਮਹੀਨੇ 'ਚ ਚੱਕ ਕੇ ਤੁਸੀਂ ਇੰਨੇ ਲੱਖਾਂ ਬੰਦੇ ਨੂੰ ਨੌਕਰੀ ਦੇ ਦੋਗੇ। ਤੁਹਾਡੇ ਕੋਲ ਇਹ ਸਰਵੇ ਹੈ ਕਿ ਕਿੰਨੇ ਬੱਚੇ ਬੇਰੁਜ਼ਗਾਰ ਨੇ, ਉਹ ਕੀ ਆ ਔਰ ਕਿਵੇਂ ਦਿਓਗੇ ਤੇ ਕਿੱਥੇ ਦਿਓਗੇ, ਕਿਵੇਂ ਲਿਆਓਗੇ? ਔਰ ਜੇ 4.5 ਸਾਲ ਤੋਂ ਪੈਂਡਿੰਗ ਪਿਆ ਹੈ, ਜੇਕਰ ਇਹ ਗੱਲ ਹੋ ਜੇ ਜਿਹੜੀ ਹਾਈ ਕੋਰਟ ਦੇ ਵਿੱਚ ਪਈ ਆ ਰਿਪੋਰਟ ਹਰਪ੍ਰੀਤ ਸਿੱਧੂ ਵਾਲੀ, STF ਦੀ ਨਸ਼ੇ ਵਾਲੀ ਜਾਂ ਬਾਕੀ ਜਿਹੜੀ ਚਟੋਪਾਧਿਆ ਦੀ, ਉਹ ਘੱਟੋ ਘੱਟ ਲੋਕਾਂ ਦੇ ਸਾਹਮਣੇ ਹੀ ਆ ਜੇ ਤਾਂ ਲੋਕ ਇਹ ਦੇਖ ਲੈਣ ਵੀ ਉਹਨਾਂ 'ਚ ਲਿਖਿਆ ਕੀ ਗਿਆ ਹੈ। ਇੰਨਾ ਕੁ ਹੋ ਜੇ ਵਧੀਆ, ਪਰ ਨਸ਼ਾ ਤਾਂ ਦੂਰ ਕਰਨਾ ਇੱਕ ਬੜਾ ਔਖਾ ਕੰਮ ਹੈ। ਨਸ਼ੇ ਦਾ ਤਾਂ ਇੱਕ ਨੈਕਸਸ ਬਣਿਆ ਹੋਇਆ, ਉਹ ਨੈਕਸਸ ਐਡੀ ਜਲਦੀ ਟੁੱਟ ਜਾਏਗਾ ਇਹ ਸੰਭਾਵਨਾ ਨਜ਼ਰ ਨਹੀਂ ਆ ਰਹੀ ਉਸ ਪੱਧਰ 'ਤੇ। ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਦਾ ਤੁਸੀਂ ਵਾਅਦਾ ਕੀਤਾ, ਉਦੋਂ ਦਾ ਵੀ ਜਦੋਂ ਚਲੋ ਮਾਰਚ 2017 ਤੱਕ ਦਾ ਹੀ ਕਰੋਗੇ ਤਾਂ ਵੀ 73,000 ਕਰੋੜ ਰੁਪਈਆ, ਤੇ ਤੁਸੀਂ ਕਿੱਥੋਂ ਲਿਆਓਗੇ? ਤੁਸੀਂ ਤਾਂ 4600 ਕਰੋੜ ਤੇ ਬਹਿ ਗਏ ਹੋ। ਇਸ ਲਈ ਮੈਨੂੰ ਲੱਗਦਾ ਵੀ ਸਗੂਫਾ ਇੱਕ, ਕਿਉਂਕਿ ਇਲੈਕਸ਼ਨ ਨੇੜੇ ਆ ਗਈ ਹੈ ਤੇ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਹਾਈ ਕਮਾਂਡ ਦੀ ਅਜੇ ਵੀ ਚੱਲਦੀ ਹੈ, ਚੀਫ ਮਿਨਿਸਟਰ ਦੇ ਮੁਕਾਬਲੇ ਉਸ ਪੱਧਰ ਦੇ ਉੱਤੇ ਉਹ ਗੱਲ ਕਰੇਗਾ ਜੀ। ਇਹ ਹਾਈ ਕਮਾਂਡ ਕਲਚਰ ਹੈ, ਨਹੀਂ ਤਾਂ ਸਰਕਾਰ ਲੋਕਾਂ ਪ੍ਰਤੀ ਜਵਾਬਦੇਹ ਕਿਉਂ ਨਾ ਹੋਵੇ? ਬਿਲਕੁਲ, ਹਾਈ ਕਮਾਂਡ ਕਿਉਂ ਤੇ ਲੋਕ ਕਿਉਂ ਨਾ ਪੁੱਛ ਸਕਣ? ਲੋਕਾਂ ਨੂੰ ਦੱਸਣ ਦੀ ਲੋੜ ਹੁੰਦੀ ਹੈ, ਜਾਂ ਲੋਕਾਂ ਨੂੰ ਇਹ ਹੱਕ ਕਿਉਂ ਨਾ ਹੋਵੇ ਵੀ ਜੇ ਸਰਕਾਰ ਕੰਮ ਨਹੀਂ ਕਰਦੀ, ਉਹਦਾ MLA ਕੰਮ ਨਹੀਂ ਕਰਦਾ, ਉਹਦਾ ਮੰਤਰੀ ਕੰਮ ਨਹੀਂ ਕਰਦਾ, ਉਹਨੂੰ ਵਾਪਸ ਬੁਲਾਉਣ ਦਾ ਹੱਕ ਹੋਵੇ। ਹਰ ਗੱਲ ਤੇ ਮਤਲਬ ਸਮਾਂਬੱਧ ਤਰੀਕਾ ਹੋਵੇ। ਉਹ ਚੋਣੀ ਮੈਨੀਫੈਸਟੋ ਕਾਨੂੰਨੀ ਦਾਇਰੇ 'ਚ ਕਿਉਂ ਨਾ ਆਏ, ਉਹ ਲੀਗਲ ਡਾਕੂਮੈਂਟ ਕਿਉਂ ਨਾ ਬਣੇ? ਲੋਕਾਂ ਨੂੰ ਹੱਕ ਦੇਣ ਵਾਲੀ ਭਾਸ਼ਾ ਤਾਂ ਖਤਮ ਹੈ, ਭਾਸ਼ਾ ਇਦੋਂ ਉਲਟ ਜਾ ਰਹੀ ਹੈ ਕਿ ਹਾਈ ਕਮਾਂਡ ਕਲਚਰ ਬਿਲਡ ਕਰਨਾ ਉਸ ਪੱਧਰ ਦੇ ਉੱਤੇ। ਇਸ ਕਰਕੇ ਇਹ ਜਿਹੜੀ ਇੱਕ ਕਾਟੋ ਕਲੇਸ਼ ਕਾਂਗਰਸ ਦਾ, ਇਹਦੇ 'ਚ ਹੈ ਤਾਂ ਕੇਵਲ ਸੱਤਾ ਦੀ ਇੱਕ ਲੜਾਈ ਹੈ ਉਸ ਪੱਧਰ ਦੇ ਉੱਤੇ। ਕਈ ਲੋਕ ਇਹ ਕਹਿੰਦੇ ਨੇ ਕਿ ਨਵਜੋਤ ਸਿੱਧੂ ਜੀ ਮੁੱਦੇ ਉਠਾ ਰਹੇ ਹੈ। ਨਵਜੋਤ ਸਿੱਧੂ ਕਿੱਥੇ ਸੀ ਮੁੱਦੇ ਉਠਾ ਰਿਹਾ? ਉਦੋਂ ਵੀ ਉਹ ਉਹਦਾ ਮੈਂਬਰ ਸੀ, ਕੈਬਨਿਟ ਦਾ ਮੈਂਬਰ ਸੀ ਉਦੋਂ ਤੱਕ, ਤਾਂ ਜਦੋਂ ਤੱਕ ਦਾ ਸਾਲ 1.5 ਸਾਲ ਕੈਬਨਿਟ ਦਾ ਮੈਂਬਰ ਰਿਹਾ ਉਦੋਂ ਕੀ ਕੀਤਾ? ਉਦੋਂ ਕਿਉਂ ਨਹੀਂ ਇਹ ਸਾਰੇ ਸਵਾਲ ਉਠਾਏ ਕਿ ਅਸੀਂ ਕਿਉਂ ਨਹੀਂ ਕਰ ਰਹੇ? ਤੇ ਉਦੋਂ ਬਾਅਦ ਵੀ ਲੰਮੇ ਸਮੇਂ ਤੱਕ ਤੁਸੀਂ ਘਰ ਕਿਉਂ ਬੈਠੇ ਰਹੇ? ਲੋਕਾਂ 'ਚ ਜਾ ਕੇ ਅੰਦੋਲਨ ਕਰਨ ਤੋਂ ਤੁਹਾਨੂੰ ਕੋਈ ਨਹੀਂ ਸੀ ਰੋਕਦਾ। ਤੁਸੀਂ ਕਿਸਾਨਾਂ ਦੇ ਨਾਲ ਜਾ ਕੇ ਬੈਠ ਸਕਦੇ ਸੀ, ਤੁਸੀਂ ਬਾਕੀ ਜਗ੍ਹਾ ਜਾ ਕੇ ਬੈਠ ਸਕਦੇ ਸੀ। ਤੁਹਾਨੂੰ ਲਗਾਤਾਰ ਕੰਟੀਨਿਊਟੀ ਦਾ ਸਵਾਲ ਹੈ। ਇਹ ਨਹੀਂ ਹੁੰਦਾ ਕਿ 6 ਮਹੀਨੇ 'ਚ ਤੁਸੀਂ ਕੋਈ ਮੁੱਦਾ ਤਾਂ ਕੋਈ ਵੀ ਲਿਖ ਕੇ ਦੇ ਗਏ। ਉਹਦੇ ਲਈ ਤੁਹਾਨੂੰ ਇੱਕ ਕੰਸਿਸਟੈਂਟ ਲਗਾਤਾਰਤਾ ਦੇ ਵਿੱਚੋਂ ਆਵਾਜ਼ ਉਠਾਉਣ ਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਉਹ ਸਾਰਾ ਇਹ ਕੇਵਲ ਇੱਕ ਸੱਤਾ ਦੀ ਗੇਮ ਦਾ ਹਿੱਸਾ ਹੈ। ਸਾਰੀਆਂ ਚੀਜ਼ਾਂ ਕੋਈ ਗੰਭੀਰਤਾ ਦਾ ਹਿੱਸਾ ਨਹੀਂ ਹੈ ਉਸ ਪੱਧਰ ਦੇ ਉੱਤੇ ਕਿ ਤੁਸੀਂ ਲੋਕਾਂ ਲਈ ਕੰਮ ਕਰ ਰਹੇ ਹੋ। ਜੀ ਹਮੀਰ ਜੀ, ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਕਾਟੋ ਕਲੇਸ਼ ਚੱਲ ਰਿਹਾ ਉਹ ਜੱਗ ਜ਼ਾਹਰ ਹੈ, ਭਾਵੇਂ ਕਿ ਜਿਹੜੀ ਕਾਂਗਰਸ ਦੀ ਹਾਈ ਕਮਾਨ ਹੈ ਉਸ ਵੱਲੋਂ ਇਸ ਕਾਟੋ ਕਲੇਸ਼ ਨੂੰ ਦਬਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਅਸੀਂ ਜਾਣਨਾ ਚਾਹਾਂਗੇ ਇਸ ਜਿਹੜਾ ਕਾਟੋ ਕਲੇਸ਼ ਦਾ ਪੰਜਾਬ ਦੀ ਸਿਆਸਤ 'ਤੇ ਜਾਂ ਕਾਂਗਰਸ ਦੀ ਸਿਆਸਤ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ? ਇਹਦਾ ਦੇਖੋ, ਇੱਕ ਤਾਂ ਗੱਲ ਹੈਗੀ ਉਹ ਹੈ ਕਿ ਜਿਹੜਾ ਕਾਂਗਰਸ ਨੂੰ ਡੈਮੇਜ ਤਾਂ ਹੋ ਹੀ ਰਿਹਾ, ਕਿਉਂਕਿ ਆਹ ਜਿਹੜਾ ਹੁਣ ਇੱਕ ਵਾਰ ਤੁਸੀਂ ਫੈਸਲਾ ਕਰਦੇ ਹੋ ਫਿਰ ਉਹਨੂੰ ਤੁਸੀਂ ਵਾਪਸ ਲੈਣਾ ਪੈਂਦਾ ਹੈ। ਔਰ ਤੁਹਾਡੇ ਹੀ ਵੱਡੀ ਪੱਧਰ 'ਤੇ ਬੰਦੇ ਇਹ ਕਹਿੰਦੇ ਹੋਣ ਵੀ ਕੰਮ ਨਹੀਂ ਹੋਇਆ ਸਾਡੇ ਤੋਂ,
ਲੋਕਾਂ ਨੂੰ ਫਿਰ ਲੋਕਾਂ ਨੂੰ ਤਾਂ ਕਹਿਣ ਦੀ ਲੋੜ ਨਹੀਂ ਨਾ, ਜਦ ਤੁਹਾਡਾ ਬੰਦੇ ਆਪ ਕਹਿ ਰਹੇ ਨੇ ਕਿ ਕੰਮ ਨਹੀਂ ਹੋਇਆ ਤਾਂ ਆਟੋਮੈਟਿਕਲੀ ਸੁਭਾਵਿਕ ਹੈ ਕਿ ਕੰਮ ਨਹੀਂ ਹੋਇਆ ਹੋਣਾ, ਤਾਂ ਹੀ ਤੁਹਾਡੇ ਬੰਦੇ ਕਹਿੰਦੇ ਨੇ। ਦੂਜੀ ਗੱਲ, ਉਹ ਕਾਟੋ ਕਲੇਸਾ ਜੇ ਮੁੱਕਦਾ ਨਜ਼ਰ ਨਹੀਂ ਆਉਂਦਾ, ਜਿਵੇਂ ਫਤਿਹ ਬਾਜਵੇ ਨੇ ਤੇ ਉਹ ਈਵਨ ਪਾਂਡੇ ਵੀ ਇਹ ਕਹਿ ਰਹੇ ਨੇ ਵੀ ਇੱਕ ਗਰੁੱਪ ਹੈ ਜਿਹੜਾ ਸਾਡੇ ਵਿਰੋਧੀ ਹੈ, ਇਹਦਾ ਮਤਲਬ ਗਰੁੱਪ ਪੱਕੇ ਹੋ ਜਾਣਗੇ, ਹੋਰ ਕੱਲ੍ਹ ਨੂੰ ਉਹਨਾਂ ਦੀਆਂ ਲੱਤਾਂ ਖਿੱਚਣਗੇ, ਉਹਨਾਂ ਦੀਆਂ ਲੱਤਾਂ ਖਿੱਚਣਗੇ। ਇਹ ਚੋਣਾਂ 'ਚ ਵੀ ਸੰਭਵ ਹੋਏਗਾ ਕਿ ਜੇ ਲੜਾਈ ਨਾ ਹਟੀ ਤਾਂ ਚੋਣਾਂ ਦੇ ਵਿੱਚ ਵੀ ਇੱਕ ਦੂਜੇ ਨੂੰ ਹਰਾਉਣ ਦੀ ਵੀ ਕੋਸ਼ਿਸ਼ ਹੁੰਦੀ ਹੈ ਉਸੇ ਸਾਰੇ ਮਾਮਲੇ ਦੇ ਵਿੱਚ। ਇਸ ਲਈ ਸਿਆਸੀ ਤੌਰ ਦੇ ਉੱਤੇ ਜਿਹੜੀ ਗੱਲ ਦਾ ਲਾਹਾ ਕਾਂਗਰਸ ਲੈਣਾ ਚਾਹੁੰਦੀ ਸੀ ਕਿਸਾਨ ਅੰਦੋਲਨ ਦਾ ਜਾਂ ਬਾਕੀ ਦੀਆਂ ਗੱਲਾਂ ਦਾ, ਉਹ ਲਾਹਾ ਸ਼ਾਇਦ ਹੁਣ ਉਸ ਪੱਧਰ ਦੇ ਉੱਤੇ ਮਿਲਣ ਦੀ ਸੰਭਾਵਨਾ ਨਹੀਂ ਹੈ ਜਿਹੜੀ ਸੰਭਾਵਨਾ ਇੱਕ ਸਮੇਂ ਲੱਗਦੀ ਸੀ। ਉਹ ਕਾਂਗਰਸੀਆਂ ਦਾ ਜਿਹੜਾ ਲੰਮਾ ਸਮਾਂ ਦਾ ਚੱਲ ਰਿਹਾ ਕਲੇਸ਼ ਹੈ ਆਪਸ ਦੇ ਵਿੱਚ, ਕਲੇਸ਼ ਉਹ ਪਿਆ ਵੀ ਐਵੇਂ ਨਹੀਂ ਪਿਆ ਬਿਨਾਂ ਕਾਰਨ। ਇਹ ਠੀਕ ਹੈ ਕਿ ਬਹੁਤ ਬੰਦਿਆਂ ਨੂੰ ਲੱਗ ਰਿਹਾ ਕਿ ਲੋਕਾਂ 'ਚ ਜਾਣਾ ਸਾਨੂੰ ਮੁਸ਼ਕਲ ਹੋ ਜਾਏਗਾ, ਬੇਅਦਬੀ ਦੇ ਨਾਂ 'ਤੇ ਵੀ ਲੋਕਾਂ ਜਾਣਾ, ਉਹਨਾਂ ਦਾ ਵੀ ਘਰਾਓ ਕਰ ਰਹੇ ਨੇ ਲੋਕ ਕਿ ਤੁਸੀਂ ਕੀ ਦੱਸੋ ਕੀ ਕਰਦੇ ਹੋ। ਨੌਕਰੀਆਂ ਵਾਲੇ ਜਿਹੜੇ ਬੰਦੇ ਲੜ ਰਹੇ ਨੇ, ਰੋਜ਼ ਲਾਠੀ ਚਾਰਜ ਹੋ ਰਿਹਾ, ਉਹ ਵੀ ਤਾਂ ਪੁੱਛਣਗੇ ਕਿ ਸਾਡੀਆਂ ਨੌਕਰੀਆਂ ਕਿੱਥੇ ਗਈਆਂ। ਇਸ ਕਰਕੇ ਇਹਦਾ ਸਿਆਸੀ ਖਮਿਆਜਾ ਕਾਂਗਰਸ ਨੂੰ ਭੁਗਤਣਾ ਪੈ ਰਿਹਾ ਔਰ ਇਹਦਾ ਅਸਰ ਪਏਗਾ ਕਿ ਇਹਦੇ ਤੋਂ ਮੁਕਤ ਨਹੀਂ ਹੋ ਸਕਦੀ ਕਾਂਗਰਸ। ਜੀ ਹਮੀਰ ਜੀ, ਇੱਕ ਮੌਜੂਦਾ ਸਮੇਂ ਦੀ ਪੰਜਾਬ ਦੀ ਸਿਆਸਤ 'ਤੇ ਜੇ ਨਜ਼ਰ ਮਾਰੀਏ ਤਾਂ ਸਾਰੇ ਹੀ ਸਿਆਸੀ ਆਗੂ ਇੱਕ ਦੂਜੇ 'ਤੇ ਦੂਸ਼ਣਬਾਜ਼ੀਆਂ ਕਰ ਰਹੇ ਨੇ, ਵੱਡੇ ਵੱਡੇ ਦੋਸ਼ ਲਾ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਜਿਸ ਤਰ੍ਹਾਂ ਹੀ ਦੂਸ਼ਣਬਾਜ਼ੀ ਹੋ ਰਹੀ ਹੈ ਉਹਦੇ ਵਿੱਚ ਕਿਤੇ ਐਂ ਤਾਂ ਨਹੀਂ ਹੈ ਪੰਜਾਬ ਦੇ ਜਿਹੜੇ ਮੁੱਖ ਮੁੱਦੇ ਆ ਉਹ ਪਿੱਛੇ ਰਹਿ ਗਏ ਨੇ? ਬਿਲਕੁਲ, ਮੁੱਦੇ ਤਾਂ ਦੇਖੋ ਪਾਰਟੀਆਂ ਚਾਹੁੰਦੀਆਂ ਨੇ ਇੱਕ ਇਮੋਸ਼ਨਲ ਤੇ ਜਜ਼ਬਾਤੀ ਮੁੱਦਾ, ਹਰ ਪਾਰਟੀ ਜਜ਼ਬਾਤੀ ਮੁੱਦਾ ਲੱਭ ਰਹੀ ਹੈ ਜਿੱਤੇ ਸਵਾਰ ਹੋ ਕੇ ਮਤਲਬ ਮਿਸ਼ਨ ਬਾਈ ਪੂਰਾ ਕੀਤਾ ਜਾ ਸਕੇ, ਭਾਵ ਸੱਤਾ ਤੇ ਕਬਜ਼ਾ ਕੀਤਾ ਜਾ ਸਕੇ। ਜਿਹੜੇ ਅਸਲੀ ਮੁੱਦੇ ਨੇ ਉਹ ਕਈ ਵਾਰ ਇਮੋਸ਼ਨਲ ਉਹਨੇ ਨਹੀਂ ਹੁੰਦੇ। ਮਤਲਬ ਇਸ ਲਈ ਜਿਵੇਂ ਹੁਣ ਕਿਸਾਨਾਂ ਦਾ ਹੀ ਸਵਾਲ ਹੈ, ਕਿਸਾਨਾਂ ਦਾ ਇਸ 26 ਤਰੀਕ ਨੂੰ ਦਿੱਲੀ ਦੇ ਵਿੱਚ ਹੀ 7 ਮਹੀਨੇ ਹੋ ਜਾਣਗੇ, 500 ਤੋਂ ਵੱਧ ਕਿਸਾਨਾਂ ਦੀ ਜਾਨ ਚਲੀ ਗਈ ਹੈ। ਅਤੇ ਇੰਨੀਆਂ ਸਰਦੀਆਂ 'ਚ ਅਤੇ ਇੰਨੀ ਦੁਪਹਿਰਾਂ ਦੇ ਵਿੱਚ ਅੱਜ ਕੱਲ੍ਹ ਐਡੇ ਐਡੇ ਟੈਂਪਰੇਚਰ ਦੇ ਵਿੱਚ ਕਈ ਵਾਰ ਤੂਫਾਨ ਆ ਗਏ, ਕਈ ਵਾਰ ਤੰਬੂ ਉੱਡ ਗਏ। ਇਸ ਪਰੇਸ਼ਾਨੀ ਦੇ ਵਿੱਚ ਬੈਠਾ ਕਿਸਾਨ ਅੰਦੋਲਨ ਦੇ ਉੱਥੇ ਲੋਕ, ਅਤੇ ਇਹਨਾਂ ਪਾਰਟੀਆਂ ਦੇ ਏਜੰਡੇ 'ਤੇ ਕਿਸਾਨ ਅੰਦੋਲਨ ਖਤਮ ਹੈ ਨਾ। ਇਸ ਲੜਾਈ 'ਚ ਕਿਸਾਨ ਅੰਦੋਲਨ ਕਿੱਥੇ ਹੈ? ਤੁਸੀਂ ਇਹਦੇ 'ਤੇ ਤਾਂ ਜ਼ੋਰ ਹੀ ਨਹੀਂ ਦਿੱਤਾ ਕਿ ਕਿਸਾਨ ਅੰਦੋਲਨ ਨੂੰ ਜਿਤਾਈਏ, ਉਦੋਂ ਬਾਅਦ ਆਪਾਂ ਇਹ ਜਿਹੜਾ ਕਾਟੋ ਕਲੇਸ਼ ਸ਼ੁਰੂ ਕਰ ਲਾਂਗੇ ਜਾਂ ਬਾਕੀ ਦੀਆਂ ਗੱਲਾਂ ਸ਼ੁਰੂ ਕਰ ਲਾਂਗੇ। ਇਹ ਬੁਨਿਆਦੀ ਜਿਹੜੇ ਨੂੰ ਦੇਸ਼ ਦਾ ਕਿਸਾਨ, ਹੁਣ ਇਕੱਲਾ ਪੰਜਾਬ ਦਾ ਨਹੀਂ, ਹਰਿਆਣੇ ਦਾ ਵੀ ਹੈ, ਯੂਪੀ ਦਾ ਵੀ ਹੈ, ਉੱਤਰਾਖੰਡ ਦਾ, ਬੰਗਾਲ 'ਚੋਂ ਵੀ ਗੱਲ, ਬਾਕੀ ਜਗ੍ਹਾ ਵੀ, ਜਦੋਂ ਜਿਹੜੀ ਗੱਲ 'ਤੇ ਉਹਨੂੰ ਉਹ ਹੋਂਦ ਦਾ ਸਵਾਲ ਬਣਾ ਕੇ ਲੜ ਰਹੇ ਨੇ ਤਾਂ ਤੁਹਾਡੇ ਲਈ ਹੋਂਦ ਦਾ ਮਤਲਬ ਮਾਨੇ ਨਹੀਂ ਰੱਖ ਰਹੀ, ਤੁਹਾਡੇ ਲਈ ਮਿਸ਼ਨ ਜਿਹੜੀ 22 ਆ ਉਹ ਮਾਨੇ ਰੱਖ ਲਿਆ। ਸੱਤਾ ਦਾ ਸਵਾਲ ਹੈ, ਠੀਕ ਹੈ ਪਾਰਟੀਆਂ ਨੇ ਸੱਤਾ ਲਈ ਕੰਮ ਕਰਨਾ, ਇਹ ਠੀਕ ਹੈ ਕਿ ਵੋਟਾਂ 'ਚ ਖੜੇ ਹੋਣਾ, ਕਿਸੇ ਨੇ ਬਣਨਾ, ਅਜੇ ਕਿੰਨੇ ਮਹੀਨੇ ਪਏ ਨੇ, ਇਹਦੇ 'ਤੇ ਉਨਾ ਕੰਮ ਕਰ ਲਓ ਨਾ, ਨੇੜੇ ਜਾ ਕੇ ਤੁਸੀਂ ਆਪਣੀ ਗੱਲ ਕਹਿ ਲਿਓ ਕਿ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ। ਇਸੇ ਤਰ੍ਹਾਂ ਬੇਰੁਜ਼ਗਾਰੀ ਦਾ ਸੰਕਟ ਹੈ, ਆਰਥਿਕ ਹਾਲਤ ਲਗਾਤਾਰ ਡਾਊਨ ਚਲੀ ਜਾ ਰਹੀ ਹੈ, ਲੋਕ ਬੇਕਾਰ ਹੋ ਰਹੇ ਨੇ, ਕੁਛ ਕਰੋਨਾ ਕਰਕੇ ਹੋਏ, ਕੁਛ ਨੋਟਬੰਦੀ ਤੋਂ ਚੱਲ ਰਿਹਾ ਵਰਤਾਰਾ, ਅੱਜ ਤੱਕ ਅਸੀਂ ਪੈਰਿਸ ਤੇਰੇ ਨਹੀਂ ਹੋਏ। ਤਾਂ ਉਹਨਾਂ ਲੋਕਾਂ ਦੀ ਰੋਜੀ ਰੋਟੀ, ਉਹਨਾਂ ਲੋਕਾਂ ਦਾ ਇਲਾਜ, ਉਹਨਾਂ ਲੋਕਾਂ ਦੀ ਸਿੱਖਿਆ ਦਾ ਪ੍ਰਬੰਧ ਉਹ ਕਿੱਥੇ ਗਿਆ? ਇਹਦੇ 'ਤੇ ਕੋਈ ਸਰਵੇ, ਇਹਦੇ ਲਈ ਕੋਈ ਮਦਦ, ਕੋਈ ਗੱਲ। ਤੁਸੀਂ ਕਹਿੰਦੇ ਹੋ ਸਾਡੇ ਕੋਲ ਤਾਂ ਪੈਸੇ ਹੈ ਨਹੀਂ, ਹੱਥ ਖੜੇ ਕਰ ਦਿੰਦੇ ਹੋ, ਅਤੇ ਉੱਧਰ ਕੇਂਦਰ ਦੀ ਸਰਕਾਰ ਸੁਪਰੀਮ ਕੋਰਟ ਕੋਲ ਹੱਥ ਖੜੇ ਕਰ ਦਿੰਦੀ ਆ ਵੀ ਕੋਵਿਡ ਦੇ ਜਿਹੜੇ ਪੀੜਤ ਬੰਦੇ ਨੇ, ਜਿਨ੍ਹਾਂ ਦੇ ਕਮਾਊ ਮਰ ਗਏ, ਉਹਨਾਂ ਨੂੰ ਵੀ ਪੈਸੇ ਦੇਣ ਨੂੰ ਨਹੀਂ। ਸਾਡੀ ਸਰਕਾਰ ਤਾਂ ਕਹਿ ਹੀ ਦਿੰਦੀ ਹੈ ਸਾਡੇ ਕੋਲ ਤਾਂ ਪੈਸਾ ਹੈ ਹੀ ਨਹੀਂ, ਕੇਂਦਰ ਸਾਨੂੰ ਦਿੰਦਾ ਨਹੀਂ। ਤਾਂ ਫਿਰ ਤੁਸੀਂ ਕੀ ਕਰੋਗੇ? ਉਹ ਸਾਰੀ ਪੋਲੀਟਿਕਸ ਕਿਹਦੇ ਆਲੇ ਦੁਆਲੇ ਕੇਂਦਰਤ ਹੈ? ਉਹ ਕੇਵਲ ਵੋਟ ਦੇ ਆਲੇ ਦੁਆਲੇ ਕੇਂਦਰਤ ਹੋਗੀ। ਜਿਹੜੇ ਬੁਨਿਆਦੀ ਮੁੱਦੇ ਨੇ ਲੋਕਾਂ ਦੇ ਜ਼ਿੰਦਗੀ ਦੇ ਨਾਲ ਜੁੜੇ, ਸਰੋਕਾਰਾਂ ਦੇ ਮੁੱਦੇ ਨੇ, ਉਹ ਉਹਨਾਂ 'ਤੇ ਪਰਦਾ ਪੈਣਾ ਸੁਭਾਵਿਕ ਹੈ। ਇਹ ਲੋਕਾਂ ਦੇ ਹੱਥ ਵੱਸ ਹੈ ਹੁਣ, ਕਿਸਾਨ ਅੰਦੋਲਨ ਦੇ ਵੀ, ਮਜ਼ਦੂਰਾਂ ਦੇ, ਮੁਲਾਜ਼ਮ, ਜਿਹੜੇ ਬਾਕੀ ਦੇ ਲੋਕ ਨੇ ਜਿਨ੍ਹਾਂ ਦੇ ਉਹ ਮੁੱਦੇ ਨੇ, ਜਿਹੜੇ ਉਹਨਾਂ ਤੋਂ ਪੀੜਤ ਨੇ, ਕਿ ਕੀ ਉਹ ਇਕੱਠੇ ਹੋ ਕੇ ਆਪਣੇ ਮੁੱਦਿਆਂ ਨੂੰ 22 ਤੱਕ ਵੱਡੇ ਪੱਧਰ 'ਤੇ ਉਭਾਰ ਸਕਦੇ ਨੇ ਪਾਰਟੀਆਂ ਦੇ ਮੁੱਦਿਆਂ ਦੇ ਮੁਕਾਬਲੇ। ਇਹ ਲੜਾਈ ਹੁਣ ਆਮ ਲੋਕਾਂ 'ਤੇ, ਕੇਵਲ ਸੱਤਾ 'ਤੇ ਕਾਬਜ਼ ਹੋਣ ਵਾਲੀਆਂ ਪਾਰਟੀਆਂ ਦੇ ਦਰਮਿਆਨ ਇੱਕ ਟਾਈਪ ਦੀ ਖੜੀ ਹੋ ਰਹੀ ਹੈ ਮੁੱਦਿਆਂ ਦੇ ਐਂਗਲ ਤੋਂ, ਏਜੰਡੇ ਦੇ ਤੌਰ 'ਤੇ। ਕਿਹਦੇ ਏਜੰਡੇ 'ਤੇ ਗੱਲ ਫੋਕਸ ਹੋਣੀ ਹੈ ਸਰਕਾਰ ਬਣਨ ਦੇ ਵੇਲੇ, ਇਹ ਆਪਸੀ ਮਤਲਬ ਤਾਕਤਾਂ ਦੇ ਸਮਤੋਲ 'ਤੇ ਨਿਰਭਰ ਕਰੇਗਾ। ਇਸ ਲਈ ਉਹਨਾਂ ਧਿਰਾਂ ਨੂੰ ਜਿਹੜੀਆਂ ਆਪਣੇ ਮੁੱਦੇ ਲੈ ਕੇ ਮੈਦਾਨ ਜੰਗ ਦੇ ਵਿੱਚ ਨੇ, ਉਹਨਾਂ ਨੂੰ ਬਹੁਤ ਠੋਸ ਰਣਨੀਤੀ ਦੇ ਤਹਿਤ, ਬਹੁਤ ਬਿਹਤਰ ਤਰੀਕੇ ਦੇ ਨਾਲ ਆਪਣੇ ਮੁੱਦਿਆਂ ਨੂੰ ਉਹਨਾਂ ਦੇ ਮੂੰਹ 'ਚ ਪਾਉਣਾ ਪਏਗਾ ਅਤੇ ਉਹਨਾਂ ਨੂੰ ਮਜਬੂਰ ਕਰਨਾ ਪਏਗਾ ਕਿ ਇਹਨਾਂ ਮੁੱਦਿਆਂ 'ਤੇ ਸੋਚੋ ਅਤੇ ਇਹਨਾਂ 'ਤੇ ਗੱਲ ਚੱਲੋ। ਕਿਸਾਨ ਅੰਦੋਲਨ ਨੇ ਸਾਰੇ ਦੇਸ਼ ਔਰ ਦੁਨੀਆ ਦਾ ਧਿਆਨ ਖਿੱਚਿਆ ਬੜੇ ਲੰਮੇ ਸਮੇਂ ਤੱਕ। ਦੁਨੀਆ ਉਹਦੇ ਬਾਰੇ ਹੀ ਸੋਚਦੀ ਸੀ, ਕਿਸਾਨੀ ਬਾਰੇ, ਔਰ ਦੇਸ਼ ਵੀ ਇਹਦੇ ਬਾਰੇ ਬੜੀ ਲੰਮਾ ਸਮਾਂ ਸੋਚਦਾ ਰਿਹਾ। ਹੁਣ ਸਿਆਸਤਦਾਨ ਉਹਨੂੰ ਡਿਵਰਟ ਕਰਨ ਲਈ ਫਿਰਦਾ, ਅਤੇ ਹੁਣ ਕਿਵੇਂ ਉਹਦੇ ਬਾਰੇ ਸੋਚੇ। ਜਿਹਦਾ ਏਜੰਡਾ ਸੈਂਟਰ 'ਚ ਆ ਗਿਆ, ਉਹ ਕੇਂਦਰ 'ਚ ਚਰਚਾ ਦੇ, ਉਹੀ ਜੇਤੂ ਹੋਏਗਾ। ਜਿਹਦਾ ਏਜੰਡਾ ਪਛੜ ਗਿਆ ਉਹ ਜੇਤੂ ਨਹੀਂ ਹੋ ਸਕਦਾ। ਇਸ ਪਾਸੇ ਵੱਲ ਸੋਚਣ ਦਾ ਸਵਾਲ ਹੈ।
ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।